ਅੱਜ ਦਾ ਪ੍ਰਭੂ ਦਾ ਸ਼ਬਦ ਬ੍ਰਦਰ ਇਮਰਾਨ ਲੈ ਕੇ ਆਉਣਗੇ ਔਰ ਪ੍ਰਭੂ ਦੇ ਵਚਨ ਦੇ ਨਾਲ ਸਾਨੂੰ ਉਸ ਦੀ ਹਜ਼ੂਰੀ ਔਰ ਉਸ ਦੀ ਕਿਰਪਾ ਔਰ ਉਸ ਦੇ ਪਿਆਰ ਦੇ ਬਾਰੇ ਦੱਸਣਗੇ ਕਿ ਪ੍ਰਭੂ ਯਿਸੂ ਸਾਡੇ ਵਿੱਚ ਕਿਉਂ ਆਇਆ। ਬ੍ਰਦਰ ਇਮਰਾਨ ਪਾਕਿਸਤਾਨ ਤੋਂ ਮਸੀਹੀ ਸਾਡੇ ਭਰਾ ਆਇਆ। Is it working? I think so. Okay. All right. Okay. Yeah, it is. It is working, yes. Let me let me pray for you. Thank you. And give you in the hands of the Lord. ਪ੍ਰਭੂ ਜੀ ਅਸੀਂ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਆਪਣੇ ਭਰਾ ਦੇ ਲਈ। ਇਸ ਦੇ ਬਚਨ ਨੂੰ ਤੂੰ ਭਾਗ ਲਾਈਂ ਔਰ ਤੂੰ ਇਸ ਦੇ ਨਾਲ ਬਣਿਆ ਰਹੀਂ। ਤੇਰੇ ਮਿੱਠੇ ਪਿਆਰੇ ਯਿਸੂ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ। Father, we give our brother into your mighty hands. And Lord, we just pray that you talk to us with his voice and the words from heaven. In Jesus' name we pray. Amen. Amen. ਸਾਡੀ ਕ੍ਰਿਸਮਸ ਦੀ ਸਰਵਿਸ 25 ਤਰੀਕ ਨੂੰ ਆ। ਉਸ ਦੇ ਇਨਵੀਟੇਸ਼ਨਸ ਮੈਂ ਤੁਹਾਨੂੰ ਸਾਰਿਆਂ ਨੂੰ ਦਊਂਗਾ ਔਰ ਮੇਰੀ ਬੇਨਤੀ ਹੈ ਕਿ ਕ੍ਰਿਸਮਸ ਦੀ ਸਰਵਿਸ ਜ਼ਰੂਰ ਅਟੈਂਡ ਕਰਿਓ। ਬ੍ਰਦਰ ਜੀ, Can you help me read that Isaiah? If you have your Bibles, if you could turn with me to Isaiah 61, 1 and 2, and then Luke 4, 14 to 21. अगर ਤੁਹਾਡੇ ਕੋਲ ਬਾਈਬਲ ਮੁਕੱਦਸ ਹੈ ਨੇ ਤੇ ਮੇਰੇ ਨਾਲ ਖੋਲੋ ਯਸਾਇਆ ਦੀ ਕਿਤਾਬ ਉਹਦਾ 61 ਬਾਬ 1 ਤੇ 2 ਆਇਤ ਤੇ ਉਹਦੇ ਬਾਅਦ ਲੂਕਾ ਦੀ ਅੰਜੀਲ ਉਹਦਾ 4 ਬਾਬ 14 ਤੋਂ 21 ਆਇਤ ਅਸੀਂ ਪੜਾਂਗੇ। ਪ੍ਰਭੂ ਦੇ ਸ਼ਬਦ 'ਚ ਇਸ ਤਰ੍ਹਾਂ ਲਿਖਿਆ, ਪ੍ਰਭੂ ਪਰਮੇਸ਼ਰ ਦਾ ਆਤਮਾ ਮੇਰੇ ਉੱਤੇ ਹੈ, ਉਸਨੇ ਮੇਰਾ ਅਭਿਸ਼ੇਕ ਕੀਤਾ ਹੈ। ਮੈਂ ਗਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਵਾਂ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਜ਼ਖਮੀ ਦਿਲਾਂ ਵਾਲਿਆਂ ਨੂੰ ਚੰਗਾ ਕਰਾਂ, ਬੰਦੀਆਂ ਨੂੰ ਮੁਕਤੀ ਦੇਵਾਂ, ਪੀੜਤਾਂ ਨੂੰ ਸੁਤੰਤਰ ਕਰਾਂ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਉਸ ਸਮੇਂ ਦੀ ਮੁਨਾਦੀ ਕਰਾਂ ਜਦੋਂ ਪ੍ਰਭੂ ਆਪਣੇ ਲੋਕਾਂ ਨੂੰ ਛੁਟਕਾਰਾ ਦੇਵੇਗਾ ਅਤੇ ਉਹਨਾਂ ਦੇ ਵੈਰੀਆਂ ਨੂੰ ਹਰਾਵੇਗਾ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਉਹਨਾਂ ਸਭ ਲੋਕਾਂ ਨੂੰ ਤਸੱਲੀ ਦੇਵਾਂ ਜੋ ਸੋਗ ਕਰਦੇ ਹਨ। Luke chapter 4, 14 to 21, please. ਲੂਕਾ ਦਾ 4 ਬਾਬ ਔਰ ਉਸ ਦੀ 14 ਤੋਂ ਲੈ ਕੇ 21 ਆਇਤ ਤੱਕ। 14 ਤੋਂ ਲੈ ਕੇ 21 ਆਇਤ ਤੱਕ ਅਗਰ ਤੁਹਾਡੇ ਕੋਲ ਨਵੀਆਂ ਬਾਈਬਲਾਂ ਪੰਜਾਬੀ ਦੀਆਂ and we are reading from verse 14 to 21. ਫਿਰ ਯਿਸੂ ਗਲੀਲ ਦੇ ਵਿੱਚ ਮੁੜ ਆਏ। ਉਹ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਭਰਪੂਰ ਸਨ। ਉਹਨਾਂ ਦਾ ਚਰਚਾ ਆਲੇ ਦੁਆਲੇ ਦੇ ਸਾਰੇ ਇਲਾਕੇ ਦੇ ਵਿੱਚ ਹੋਣ ਲੱਗਾ। ਉਹ ਯਹੂਦੀਆਂ ਦੇ ਪ੍ਰਾਰਥਨਾ ਸਭਾਵਾਂ ਦੇ ਵਿੱਚ ਸਿੱਖਿਆ ਦਿੰਦੇ ਸਨ। ਸਾਰੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਸਨ। ਯਿਸੂ ਨਾਸਰਤ ਦੇ ਵਿੱਚ ਆਏ ਜਿੱਥੇ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਸੀ। ਸਬਤ ਦੇ ਦਿਨ ਅਰਥਾਤ ਆਰਾਮ ਦੇ ਦਿਨ ਉਹ ਆਪਣੀ ਰੀਤ ਦੇ ਅਨੁਸਾਰ ਪ੍ਰਾਰਥਨਾ ਘਰ ਦੇ ਵਿੱਚ ਗਏ ਅਤੇ ਧਰਮ ਗ੍ਰੰਥ ਦੇ ਪੜ੍ਹਨ ਦੇ ਲਈ ਖੜੇ ਹੋਏ। ਯਿਸੂ ਨੂੰ ਯਸਾਇਆ ਨਬੀ ਦੀ ਪੁਸਤਕ ਦਿੱਤੀ ਗਈ। ਉਹਨਾਂ ਨੇ ਪੁਸਤਕ ਖੋਲ ਕੇ ਉਹ ਪ੍ਰਸੰਗ ਕੱਢਿਆ ਜਿੱਥੇ ਲਿਖਿਆ ਹੋਇਆ ਸੀ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਉਸਨੇ ਮੇਰਾ ਅਭਿਸ਼ੇਕ ਕੀਤਾ ਹੈ ਕਿ ਮੈਂ ਗਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਵਾਂ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਬੰਦੀਆਂ ਨੂੰ ਮੁਕਤੀ ਦਾ ਅਤੇ ਨੇਤਰਹੀਨਾਂ ਨੂੰ ਦ੍ਰਿਸ਼ਟੀ ਦਾ ਸੰਦੇਸ਼ ਸੁਣਾਵਾਂ ਅਤੇ ਪੀੜਤਾਂ ਨੂੰ ਸੁਤੰਤਰ ਕਰਾਂ। ਅਤੇ ਉਸਨੇ ਮੈਨੂੰ ਅਤੇ ਉਸ ਸਮੇਂ ਦੀ ਮੁਨਾਦੀ ਕਰਾਂ ਜਦੋਂ ਪ੍ਰਭੂ ਆਪਣਿਆਂ ਲੋਕਾਂ ਨੂੰ ਛੁਟਕਾਰਾ ਦੇਵੇਗਾ। Amen. Thank you. ਅਸੀਂ ਅੱਜ ਦਾ ਜਿਹੜਾ ਵਚਨ ਦਾ ਹਿੱਸਾ ਪੜ੍ਹਿਆ ਹੈ ਉਹਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਜਿਹੜੀ ਪੇਸ਼ਨ ਗੋਈ ਸੀ ਯਿਸੂ ਮਸੀਹ ਦੇ ਬਾਰੇ ਯਸਾਇਆ ਨੇ ਪਹਿਲਾਂ ਹੀ ਕਰਤੀ। We just heard how Isaiah prophesies about Jesus. And then when Jesus comes to the temple, he reads from Isaiah what Isaiah said in Luke 4. We read that. ਅੱਜ ਸਵੇਰ ਅਸੀਂ ਪਵਿੱਤਰ ਵਚਨ ਦੇ ਵਿੱਚੋਂ ਇਹ ਸਿੱਖਾਂਗੇ
ਕਿ ਖੁਸ਼ਖਬਰੀ ਜਿਹੜੀ ਆ ਉਹ ਕੀ ਵਾ, ਕਿਉਂ ਅਸੀਂ ਇਹਨੂੰ ਖੁਸ਼ਖਬਰੀ ਕਹਿੰਦੇ ਵਾ। We'll learn this morning what is the good news, or why do we call it a good news। ਕਿਉਂਕਿ ਅਸੀਂ ਹੁਣੇ ਪੜ੍ਹਿਆ ਵਾ ਵਚਨ ਦੇ ਵਿੱਚ ਕਿ ਲਿਖਿਆ ਗਿਆ ਕਿ ਜਦੋਂ ਯਿਸੂ ਮਸੀਹ ਗਲੀਲ ਦੇ ਵਿੱਚ ਆਉਂਦੇ ਨੇ, ਉਸ ਸ਼ਹਿਰ ਦੇ ਵਿੱਚ ਆਉਂਦੇ ਨੇ ਜਿੱਥੇ ਉਹ ਪੈਦਾ ਹੋਏ ਸਨ, ਤੇ ਉਹਨਾਂ ਦੇ ਆਪਣੇ ਲੋਕਾਂ ਨੇ ਯਿਸੂ ਮਸੀਹ ਨੂੰ ਕਬੂਲ ਨਹੀਂ ਸੀ ਕੀਤਾ। ਔਰ ਇਹ ਯਿਸੂ ਮਸੀਹ ਦਾ ਜਿਹੜਾ ਸੀ ਸ਼ੁਰੂ ਸੀ ਕਿ ਜਿਹੜੀ ਉਹਨਾਂ ਦੀ ਪਬਲਿਕ, ਜਿਹੜੀ ਉਹਨਾਂ ਦੀ ਲੋਕਾਂ ਦੇ ਵਿੱਚ ਮਿਨਿਸਟਰੀ ਸੀ, ਜਿਹੜੀ ਉਹਨਾਂ ਦੀ ਸੇਵਾ ਦਾ ਕੰਮ ਸੀ, ਪਹਿਲੀ ਦਫਾ ਉਹਨਾਂ ਸ਼ੁਰੂ ਕੀਤਾ ਤਾਂ ਉਹਨਾਂ ਆਪਣੇ ਪਿੰਡ ਦੇ ਵਿੱਚੋਂ ਸ਼ੁਰੂ ਕੀਤਾ। And read in Luke 4:14, and Jesus returned in the power of the Spirit to Galilee to begin his public ministry. That was the first place where he started his public ministry. And did people accept him? No. ਔਰ ਯਿਸੂ ਮਸੀਹ ਜਦੋਂ ਆਪਣੇ ਲੋਕਾਂ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਆਪਣੇ ਲੋਕਾਂ ਨੇ ਉਹਨੂੰ ਕਬੂਲ ਨਾ ਕੀਤਾ। ਇਹ ਖੁਸ਼ਖਬਰੀ ਕਿਉਂ ਵਾ, ਕਿਉਂ ਅਸੀਂ ਇਹਨੂੰ ਖੁਸ਼ਖਬਰੀ ਕਹਿੰਦੇ ਆ। ਮੇਰੇ ਤਾਇਆ ਜੀ ਪਾਕਿਸਤਾਨ ਦੇ ਵਿੱਚ, ਉਹਨਾਂ ਸਾਊਦੀ ਅਰਬ ਦੇ ਵਿੱਚ 20-22 ਸਾਲ ਗੁਜ਼ਾਰੇ। ਉਸ ਦੌਰਾਨ ਉਹ ਜਿਹੜੇ ਬਾਬਿਆਂ ਕੋ, ਉਹਨਾਂ ਕੋ ਜਾਣ ਡੈ ਪਏ, ਜਾਦੂਗਰਾਂ ਕੋ ਜਾਣ ਡੈ ਪਏ। ਮੇਰੀ ਤਾਈ ਵੀ ਜਿਹੜੇ ਉਹ ਸਾਰੇ ਇਹਨਾਂ ਕੰਮਾਂ ਦੇ ਵਿੱਚ ਸ਼ਾਮਲ ਹੋ ਗਏ। ਕਿਉਂ? ਤਾਂ ਕਿ ਉਹ ਜਿਹੜੀ ਇੱਕ ਚੰਗੀ ਜ਼ਿੰਦਗੀ ਪਾ ਸਕਣ। ਅਗਰ ਕੋਈ ਬਿਮਾਰ ਹੈ, ਉਹਨਾਂ ਬਾਬਿਆਂ ਕੋ ਉਹਨਾਂ ਨੂੰ ਸ਼ਿਫਾ ਮਿਲ ਸਕੇ, ਜਾਂ ਉਹਨਾਂ ਨੂੰ ਜਿਹੜੀ ਦੌਲਤ ਵਾ ਜਾਂ ਪੈਸੇ ਦੀ ਕਮੀ, ਉਹ ਬਾਬਿਆਂ ਕੋ ਜਾਣਗੇ, ਬਾਬੇ ਉਹਨਾਂ ਨੂੰ ਸਾਰਾ ਦੇ ਦੇਣਗੇ। ਇਸ ਲਈ ਉਹ ਬਾਬਿਆਂ ਕੋ ਜਾਂਦੇ ਸੀ। ਉਹਨਾਂ ਕੋ ਚਰਚ ਵੀ ਚਲ ਜਾਣਾ, ਕ੍ਰਿਸਮਸ ਟਾਈਮ ਹੈ ਉਹ ਚਰਚ ਚਲ ਜਾਣਗੇ, ਈਸਟਰ ਦਾ ਟਾਈਮ ਹੈ, ਕਦੀ ਕਦੀ ਐਤਵਾਰ ਵਾਲੇ ਦਿਨ ਸੰਡੇ ਨੂੰ ਵੀ ਚਰਚ ਚਲ ਜਾਣਗੇ। ਲੇਕਿਨ ਉਹ ਆਪਣੇ ਅੰਦਰ ਜਿਹੜੀ ਸੀ ਇੱਕ ਜਿਹੜੀ ਉਹ ਭਲਾਈ ਚਾਹੁੰਦੇ ਸਨ ਕਿ ਸਾਡੇ ਮਨ ਦੇ ਵਿੱਚ ਸਾਨੂੰ ਜਿਹੜੀ ਇੱਕ ਸਕੂਨ ਮਿਲ ਜਾਵੇ। ਉਹ ਇਹ ਚਾਹੁੰਦੇ ਸੀ ਕਿ ਸਾਨੂੰ ਹਰ ਇੱਕ ਚੀਜ਼ ਮਿਲ ਜਾਵੇ ਜਿਹੜੀ ਇਸ ਦੁਨੀਆ ਦੇ ਵਿੱਚ ਆਫਰ ਕੀਤੀ ਜਾਂਦੀ ਵਾ। One of my uncles back home, he spent about like 22 years in Saudi Arabia. And while he was there, he got into magic and all sort of stuff. And my aunt, she got involved in that. And then basically they would go to church once in a while. They would also go to the people who will do the magic for them as well. Why? If someone is sick, they will run to those priests, or they will go to those temples, or if they need more money, they will go to that guy. Hey, can you pray for us so that we can have a better job, we can have more money. They were depressed, they were oppressed by all these things. And 2 years ago, my uncle passed away while he was going through all this stuff. A week later, his wife passed away. 2 ਸਾਲ ਪਹਿਲਾਂ ਮੇਰੇ ਤਾਇਆ ਜੀ ਫੌਤ ਹੋ ਗਏ। 1 ਹਫ਼ਤੇ ਬਾਅਦ ਉਹਨਾਂ ਦੀ ਬੀਵੀ ਵੀ ਫੌਤ ਹੋ ਗਈ। ਉਹਨਾਂ ਦੇ 5 ਬੱਚੇ ਉਹ ਅਨਾਥ ਰਹਿ ਗਏ ਪਿੱਛੇ, ਕਿਉਂਕਿ ਉਹ ਆਪਣੇ ਤੌਰ ਤੇ ਇਸ ਦੁਨੀਆ ਦੇ ਵਿੱਚ ਜਿਹੜਾ ਸੀ ਇਤਮਾਨਾਨ, ਜਿਹੜੀ ਖੁਸ਼ੀ ਸੀ, ਚੰਗਿਆਈ ਸੀ, ਉਹਨੂੰ ਲੱਭ ਰਹੇ ਸਨ। ਲੇਕਿਨ ਇਸ ਦੁਨੀਆ ਨੇ ਉਹਨਾਂ ਨੂੰ ਇਹ ਚੰਗਿਆਈ ਨਾ ਦੇ ਸਕੀ। ਲੇਕਿਨ ਜਦੋਂ ਅਸੀਂ ਵਚਨ ਦੇ ਵਿੱਚ ਪੜ੍ਹਨੇ ਆ ਤੇ ਸਾਨੂੰ ਇਹ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਖੁਸ਼ਖਬਰੀ ਜਿਹੜੀ ਹੈ ਉਹ ਕੌਣ ਲੈ ਕੇ ਆਇਆ ਸੀ। When we read the Bible, it's very clear that it tells us that who is the good news, who brought the good news. My uncle, my aunt, they both went to the priest, they both went to the temple, and time to time they would go to churches as well. To have a good health, have more money, all sort of stuff that people probably wanted to have. ਲੇਕਿਨ ਦੁਨੀਆ ਜਿਹੜੀ ਉਹਨਾਂ ਨੂੰ ਇਹ ਚੀਜ਼ਾਂ ਨਾ ਦੇ ਸਕੀ। ਲੇਕਿਨ ਜਦੋਂ ਅਸੀਂ ਇੱਥੇ ਪੜ੍ਹਨੇ, ਪ੍ਰਭੂ ਯਿਸੂ ਨੇ ਇਹ ਕਿਹਾ
ਸਭ ਤੋਂ ਪਹਿਲਾਂ ਅਸੀਂ ਇਹ ਵੇਖੀ ਕਿ ਜਦੋਂ ਯਿਸੂ ਮਸੀਹ ਆਉਂਦੇ ਨੇ ਉਹ ਆਪਣੇ ਕੰਮ ਲਈ ਕਿਸ ਤਰ੍ਹਾਂ ਜਿਹੜੇ ਸੀ ਉਹਨਾਂ ਨੂੰ ਕਾਬਲ ਕੀਤਾ ਗਿਆ ਸੀ। How Jesus was qualified to do the ministry. First thing, when he opens the scroll, ਜਦੋਂ ਪਵਿੱਤਰ ਵਚਨ ਨੂੰ ਖੋਲਦੇ ਨੇ ਪਹਿਲੀ ਚੀਜ਼ ਜਿਹੜੀ ਉਹ ਕਹਿੰਦੇ ਨੇ ਕਿ ਪਵਿੱਤਰ ਆਤਮਾ ਜਿਹੜੀ ਹੈ ਉਹ ਮੇਰੇ ਉੱਤੇ ਹੈ। The Spirit of the Lord is upon me. The Holy Spirit qualifies Jesus to do the ministry. ਉਹ ਯਾਨੀ ਕਿ ਇਸ ਕੁਦਰਤ ਦੇ ਵਿੱਚ ਆਏ ਸਨ, ਉਹਨਾਂ ਕੋਲ ਇਹ ਪਾਵਰ ਸੀ, ਇਹ ਕੁਵਤ ਸੀ ਕਿ ਉਹ ਜਿਹੜੇ ਅੰਨੇ ਸੀ ਉਹਨਾਂ ਨੂੰ ਅੱਖਾਂ ਦੇ ਸਕਣ, ਜਿਹੜੇ ਗਰੀਬ ਸਨ ਉਹਨਾਂ ਦੀ ਮਦਦ ਕਰ ਸਕਣ। ਮੇਰੇ ਤਾਇਆ ਜੀ ਉਹ ਬਾਬਿਆਂ ਕੋ ਚਲੇ ਗਏ, ਸਾਰਿਆਂ ਕੋ ਚਲੇ ਗਏ, ਉਹਨਾਂ ਨੂੰ ਕੁਝ ਨਹੀਂ ਦਿੱਤਾ। ਆਖਰ ਤੇ ਉਹ ਜਦੋਂ ਮਰ ਗਏ ਨੇ, ਉਹਨਾਂ ਦੀ ਡੈਥ ਹੋ ਗਈ, ਉਹ ਜ਼ਾਹਿਰ ਪਿੱਛੇ ਬੱਚੇ 5 ਛੱਡ ਗਏ ਨੇ। ਲੇਕਿਨ ਯਿਸੂ ਮਸੀਹ ਇਹ ਕਹਿੰਦੇ ਨੇ ਕਿ ਉਹ ਗਰੀਬਾਂ ਲਈ ਆਏ ਤਾਂ ਕਿ ਉਹਨਾਂ ਨੂੰ ਖੁਸ਼ਖਬਰੀ ਦਾ ਪੈਗਾਮ ਜਿਹੜਾ ਵਾ ਉਹ ਸੁਣਾ ਸਕਣ। ਔਰ ਉਹ ਖੁਸ਼ਖਬਰੀ ਕੀ ਵਾ? ਉਹ ਖੁਸ਼ਖਬਰੀ ਇਹ ਵਾ ਕਿ ਪ੍ਰਭੂ ਯਿਸੂ ਜਿਹੜੇ ਨੇ ਉਹ ਇਨਸਾਨ ਦੇ ਰੂਪ 'ਚ ਇਸ ਧਰਤੀ ਤੇ ਆ ਗਏ। The good news is God's becoming a human being in the person of Jesus Christ. That's the good news to me. But then Jesus does not stop there. ਯਿਸੂ ਮਸੀਹ ਉੱਥੇ ਉਹਨੂੰ ਰੋਕ ਨਹੀਂ ਦਿੰਦੇ, ਉਹ ਅੱਗੇ ਮਜ਼ੀਦ ਚੱਲਦੇ ਨੇ। No, ਇਸ ਤੋਂ ਪਹਿਲਾਂ ਅਸੀਂ ਵੇਖੀਏ ਕਿ ਯਿਸੂ ਮਸੀਹ ਪਵਿੱਤਰ ਆਤਮਾ ਨਾਲ ਕਿਉਂ ਭਰੇ ਸੀ। ਇਹ ਵੇਖਣ ਦੀ ਲੋੜ ਹੈ ਕਿ ਉਹ ਇਸ ਧਰਤੀ ਤੇ ਇਨਸਾਨ ਬਣ ਕੇ ਕਿਉਂ ਆਏ। ਉਹ ਇਸ ਲਈ ਆਏ ਕਿ ਅਸੀਂ ਜਿਹੜੇ ਵਾਂ ਉਹ ਪਾਪ ਦੇ ਵਿੱਚ ਪੈਦਾ ਹੋਏ ਵਾਂ। ਅਕਸਰ ਲੋਕੀ ਕਹਿਣਗੇ ਮੈਂ ਤਾਂ ਪਾਪ ਕੀਤਾ ਹੀ ਨਹੀਂਗਾ, right? People would say like, I never committed a sin. The 10 Commandments. Is anyone who can say that I never broke a one commandment? We all sinners. ਅਸੀਂ ਸਾਰੇ ਪਾਪੀ ਹਾਂ। ਪਾਪੀਆਂ ਨੂੰ ਛੁਟਕਾਰਾ ਦੇਣ ਲਈ ਪ੍ਰਭੂ ਯਿਸੂ ਜਿਹੜੇ ਨੇ ਉਹ ਇਸ ਧਰਤੀ ਤੇ ਆ ਜਾਂਦੇ ਨੇ। ਜਿਹੜਾ ਰਿਸ਼ਤਾ ਸੀ ਪ੍ਰਭੂ ਯਿਸੂ, ਜਿਹੜਾ ਇਨਸਾਨ ਦੇ ਤੇ ਪਵਿੱਤਰ ਪ੍ਰਭੂ ਦੇ ਵਿੱਚ ਪੈਦਾ ਹੋ ਚੁੱਕਿਆ ਸੀ, ਜਿਹੜੀ ਦੀਵਾਰ ਸੀ ਜਿਹੜੀ ਪੈਦਾ ਹੋ ਚੁੱਕੀ ਸੀ, ਉਹ ਸਿਰਫ ਪ੍ਰਭੂ ਯਿਸੂ ਹੀ ਆ ਕੇ ਮਿਟਾਉਂਦੇ ਨੇ ਵਾਪਸ, ਜਦੋਂ ਉਹ ਸਲੀਬ ਦੇ ਉੱਤੇ ਆਪਣੀ ਜਾਨ ਦੇ ਦਿੰਦੇ ਨੇ। ਯਿਸੂ ਮਸੀਹ ਨੇ ਤੇ ਕੋਈ ਪਾਪ ਨਹੀਂ ਸੀ ਨਾ ਕੀਤਾ, ਉਹ ਸਿਰਫ ਮੇਰੇ ਤੇ ਤੁਹਾਡੇ ਪਾਪ ਜਿਹੜੇ ਸੀ ਉਹ ਸਲੀਬ ਦੇ ਉੱਤੇ, ਸੂਲੀ ਦੇ ਉੱਤੇ ਲੈ ਕੇ ਚੜ ਜਾਂਦੇ ਨੇ ਤੇ ਉਹਨਾਂ ਨੂੰ ਸਾਨੂੰ ਮਾਫ ਕਰਦੇ ਨੇ, ਤਾਂ ਕਿ ਸਾਡਾ ਇੱਕ ਜਿਹੜਾ ਰਿਸ਼ਤਾ ਵਾ ਉਹ ਦੁਬਾਰਾ ਉਹਦੇ ਨਾਲ ਬਹਾਲ ਹੋ ਸਕੇ। Christ died for us to restore that relationship when we're separated with sin. Sin comes into the world and we were separated, but Christ comes and he restores our relationship with God again. ਅਗਰ ਤੁਹਾਡੇ ਕੋ ਵਚਨ ਹੈ ਵਾ ਤੇ ਰੋਮੀਓ ਦੀ ਕਿਤਾਬ ਉਹਦਾ 5 ਬਾਬ ਉਹਦੀ 8 ਆਇਤ ਅਸੀਂ ਵੇਖਾਂਗੇ। If you have a Bible with you, turn with me to Romans chapter 5 verse 8. And we'll see the love of God, the good news of God that he has for us. Romeo 5 ਬਾਬ ਉਹਦੀ 8 ਆਇਤ 'ਚ। Thank you. ਪ੍ਰਭੂ ਦੇ ਵਚਨ 'ਚ ਇਸ ਤਰ੍ਹਾਂ ਲਿਖਿਆ, ਜਦੋਂ ਅਸੀਂ ਅਜੇ ਕਮਜ਼ੋਰ ਹੀ ਸਾਂ ਤਾਂ ਮਸੀਹ ਸਾਡੇ ਜਿਹੜੇ ਅਸੀਂ ਪਾਪੀ ਸਾਂ ਠੀਕ ਠਹਿਰਾਏ ਹੋਏ ਸਮੇਂ ਤੇ ਮੋਏ। ਸਾਡੇ ਵਿੱਚੋਂ ਕੋਈ ਕਿਸੇ ਇੱਕ ਨੇਕ ਦੇ ਲਈ ਨਹੀਂ ਮਰ ਸਕਦਾ। ਹਾਂ, ਇਹ ਹੋ ਸਕਦਾ ਹੈ ਕਿ ਕੋਈ ਕਿਸੇ ਭਲੇ ਆਦਮੀ ਦੇ ਲਈ ਮਰਨ ਦਾ ਹਿਆ ਕਰੇ, ਪਰ ਪਰਮੇਸ਼ਵਰ ਨੇ ਆਪਣੇ ਪਿਆਰ ਦਾ ਜੋ ਉਹ ਸਾਡੇ ਨਾਲ ਰੱਖਦਾ ਹੈ ਇਹ ਸਬੂਤ ਦਿੱਤਾ ਕਿ ਜਦੋਂ ਅਜੇ ਅਸੀਂ ਪਾਪੀ ਹੀ ਸੀ ਤਾਂ ਮਸੀਹ ਸਾਡੇ ਲਈ ਮੋਏ। Thank you. ਤੇ ਜਦੋਂ ਅਸੀਂ ਇਹ ਲੂਕਾ ਦੀ ਅੰਜੀਲ ਦੇ ਵਿੱਚੋਂ ਅਸੀਂ ਪੜ੍ਹਨੇ 4 ਬਾਬ,
ਇਹਦੇ ਚ ਅਸੀਂ ਵੇਖਦੇ ਕਿ 4 ਚੀਜ਼ਾਂ ਸਾਨੂੰ ਨਜ਼ਰ ਆਉਂਦੀਆਂ ਨੇ। ਪਹਿਲੀ ਨੰਬਰ 1 ਵਾਸ ਕਿ ਪ੍ਰਭੂ ਯਿਸੂ ਜਿਹੜੇ ਨੇ ਉਹ ਮਸਾ ਹੋਏ ਸਨ, ਪਵਿੱਤਰ ਆਤਮਾ ਜਿਹੜੀ ਆ ਉਹਦੇ ਨਾਲ ਉਹ ਭਰ ਗਏ ਸਨ। ਕਿਉਂ? ਤਾਂ ਕਿ ਉਹ ਗਰੀਬਾਂ ਨੂੰ ਖੁਸ਼ਖਬਰੀ ਸੁਣਾ ਸਕਣ। The first thing we see in Luke 4 that he was sent and anointed to preach the good news to the poor. And we just heard what was the good news ਕਿ ਉਹ ਖੁਸ਼ਖਬਰੀ ਕੀ ਸੀ। ਔਰ ਉਹ ਗਰੀਬ ਲੋਕ ਕੌਣ ਸਨ? ਗਰੀਬ ਜਿਹੜੇ ਇੱਕ ਤੇ ਦੁਨੀਆ ਦੇ ਵਿੱਚ ਗਰੀਬ ਨੇ, ਦੂਜੇ ਉਹ ਲੋਕ ਜਿਹੜੇ ਆਪਣੀ ਆਤਮਾ ਦੇ ਵਿੱਚ ਗਰੀਬ ਨੇ, ਜਿਹੜੇ ਆਪਣੇ ਅੰਦਰ ਉਹ ਇਤਮਾਨਾਨ, ਉਹ ਤਸੱਲੀ ਨੂੰ ਲੱਭ ਰਹੇ ਨੇ। ਉਹ ਦੁਨਿਆਵੀ ਚੀਜ਼ਾਂ ਦੇ ਪਿੱਛੇ ਭੱਜਦੇ ਨੇ, ਉਹ ਦੂਜਿਆਂ ਲੋਕਾਂ ਦੇ ਪਿੱਛੇ ਭੱਜਦੇ ਨੇ ਤਾਂ ਕਿ ਉਹਨਾਂ ਨੂੰ ਅੰਦਰ ਹੀ ਅੰਦਰ ਜਿਹੜਾ ਇੱਕ ਇਤਮਾਨਾਨ, ਇੱਕ ਜਿਹੜਾ ਸਕੂਨ ਹੈ ਉਹ ਮਿਲ ਜਾਵੇ। ਲੇਕਿਨ ਯਿਸੂ ਮਸੀਹ ਜਿਹੜੇ ਨੇ ਉਹ ਇਸ ਲਈ ਆਏ ਨੰਬਰ 2 ਕਿ ਉਹ ਜਿਹੜੇ ਨੇ ਗੁਲਾਮ ਨੇ, ਜਿਹੜੇ ਕੈਦੀ ਨੇ, ਉਹਨਾਂ ਨੂੰ ਆਜ਼ਾਦ ਕਰ ਸਕਣ। ਕਦ ਤੋਂ ਆਜ਼ਾਦ ਕਰ ਸਕਣ? ਤਾਂ ਕਿ ਜਿਹੜੇ ਪਾਪੀ, ਅਸੀਂ ਜਿਹੜੇ ਪਾਪੀ ਹਾਂ, ਉਹ ਆਜ਼ਾਦ ਹੋ ਸਕੀਏ, ਉਸ ਪਾਪ ਤੋਂ ਸਾਨੂੰ ਛੁਟਕਾਰਾ ਮਿਲ ਸਕੇ, ਉਸ ਪਾਪ ਤੋਂ ਸਾਨੂੰ ਰਿਹਾਈ ਮਿਲ ਸਕੇ। ਇਸ ਲਈ ਪ੍ਰਭੂ ਯਿਸੂ ਜਿਹੜੇ ਨੇ ਉਹ ਇਸ ਧਰਤੀ ਤੇ ਆਏ ਸਨ। ਇਸ ਲਈ ਉਹਨਾਂ ਦੀ ਪਹਿਲੀ ਲਾਈਨ ਜਿਹੜੀ ਅਸੀਂ ਇਹਦੇ ਵਿੱਚ ਪੜ੍ਹਨੇ, ਉਹਨਾਂ ਨੇ ਕਿਹਾ ਕਿ ਪਵਿੱਤਰ ਆਤਮਾ ਜਿਹੜੀ ਆ ਮੇਰੇ ਉੱਤੇ, the spirit of the Lord is upon me to deliver the captives, to set the captives free, those who were in prison. Sinners may be loosed from the bond of the guilt. ਤਾਂ ਕਿ ਜਿਹੜੇ ਪਾਪੀ ਨੇ ਉਹ ਉਸ ਗੁਨਾਹ ਦੇ ਬੰਧਨ ਤੋਂ ਛੁਟਕਾਰਾ ਪਾ ਸਕਣ, ਰਿਹਾਈ ਪਾ ਸਕਣ। ਮੇਰੇ ਅੰਕਲ ਨੂੰ, ਤੁਸੀਂ ਤਾਇਆ ਜੀ ਨੂੰ ਵੇਖਿਆ ਕਿ ਉਹਨਾਂ ਨੂੰ ਕੋਈ ਹੋਰ ਛੁਟਕਾਰਾ ਨਹੀਂ ਦੇ ਸਕਿਆ। ਉਹ ਸਾਰਿਆਂ ਕੋਲ ਗਏ ਨੇ, ਜਿੱਥੇ ਜਿੱਥੇ ਵੀ ਉਹਨਾਂ ਨੂੰ ਡਾਕਟਰ ਨੇ ਦੱਸਿਆ ਵਾ। ਉਹ ਜਿਹੜੀਆਂ ਬਦਰੂਹਾਂ ਸਨ, ਜਿਨ੍ਹਾਂ ਨੂੰ ਅਸੀਂ ਬਦਰੂਹਾਂ ਕਹਿੰਦੇ, ਕਿ 2 ਚੀਜ਼ਾਂ ਇੱਥੇ ਪਹਿਲਾਂ ਸਿੱਖਣ ਦੀ ਲੋੜ ਹੈ। ਇੱਕ ਬਦਰੂ ਆ, ਇੱਕ ਚੰਗੀ ਰੂਹ ਆ। ਬਦਰੂਹਾਂ ਜਿਹੜੀਆਂ ਨੇ ਉਹ ਸਾਡਾ ਨੁਕਸਾਨ ਕਰਦੀਆਂ, ਸਾਨੂੰ ਬਰਬਾਦ ਕਰਦੀਆਂ। ਲੇਕਿਨ ਚੰਗੀ ਆਤਮਾ ਜਿਹੜੀ ਪ੍ਰਭੂ ਯਿਸੂ ਜਿਹਦੀ ਗੱਲ ਕਰ ਰਹੇ ਨੇ, ਉਹ ਸਾਨੂੰ ਰਿਹਾਈ ਦਿੰਦੀ ਵਾ, ਕਿਉਂਕਿ ਉਹ ਪਵਿੱਤਰ ਆਤਮਾ ਹੈ। ਕਿ ਉਹ ਬਦਰੂਹਾਂ ਨੇ ਉਹਨਾਂ ਨੂੰ ਇੰਨਾ ਤੰਗ ਕੀਤਾ ਕਿ ਉਹਨਾਂ ਦੀ ਜਾਨ ਲੈ ਲਈ। ਲੇਕਿਨ ਪ੍ਰਭੂ ਯਿਸੂ ਇਸ ਲਈ ਉਹ ਕਹਿੰਦੇ ਨੇ ਕਿ ਮੈਂ ਇਸ ਲਈ ਆਇਆ ਕਿ ਮੈਂ ਕੈਦੀਆਂ ਨੂੰ ਰਿਹਾ ਕਰ ਸਕਾਂ, ਜਿਹੜੇ ਆਪਣੇ ਗੁਨਾਹਾਂ ਦੇ ਵਿੱਚ, ਆਪਣੇ ਪਾਪਾਂ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਮੈਂ ਆਜ਼ਾਦੀ ਦੇ ਸਕਾਂ, ਉਹਨਾਂ ਨੂੰ ਰਿਹਾ ਕਰ ਸਕਾਂ। Next we learn recovering of sight of the blind, ਕਿ ਉਹ ਇਸ ਲਈ ਆਏ ਕਿ ਜਿਹੜੇ ਅੰਨੇ ਸਨ ਉਹਨਾਂ ਨੂੰ ਅੱਖਾਂ ਦੇ ਸਕਣ। We'll read Luke chapter 18 verse 35 to 43. ਲੂਕਾ ਦੀ ਇੰਜੀਲ ਉਹਦਾ 18ਵਾਂ ਬਾਬ 35 ਤੋਂ 43 ਆਇਤ ਤੱਕ ਅਸੀਂ ਪੜਾਂਗੇ। ਉਹਦੇ 'ਚ ਇਹ ਇੱਕ ਸਟੋਰੀ ਸਾਨੂੰ ਮਿਲੇਗੀ ਕਿ ਜਿਹੜਾ ਇੱਕ ਅੰਨਾ ਬੰਦਾ ਵਾ, ਉਹਨੂੰ ਯਿਸੂ ਮਸੀਹ ਕਿਵੇਂ ਉਹਦੀਆਂ ਅੱਖਾਂ ਜਿਹੜੀਆਂ ਨੇ ਉਹਨਾਂ ਨੂੰ ਦੁਬਾਰਾ ਬਹਾਲ ਕਰਦੇ ਨੇ ਤਾਂ ਕਿ ਉਹ ਵੇਖ ਸਕਣ। ਲੂਕਾ ਦੀ ਇੰਜੀਲ 18 ਬਾਬ 35 ਤੋਂ 43 ਪਲੀਜ਼। ਅਗਰ ਤੁਹਾਡੇ ਕੋਲ ਨਵੀਆਂ ਬਾਈਬਲਾਂ ਤੇ ਉਸ ਦਾ 144 ਪੰਨਾ, ਪ੍ਰਭੂ ਦੇ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਕਿ ਪ੍ਰਭੂ ਯਰੀਹੋ ਨਗਰ ਦੇ ਨੇੜੇ ਪਹੁੰਚ ਗਏ। ਉੱਥੇ ਰਾਹ ਦੇ ਕੰਢੇ ਉੱਤੇ ਇੱਕ ਅੰਨਾ ਬੈਠਾ ਹੋਇਆ ਸੀ। ਉਹ ਲੋਕਾਂ ਤੋਂ ਭੀਖ ਮੰਗ ਰਿਹਾ ਸੀ। ਜਦੋਂ ਉਸਨੇ ਲੋਕਾਂ ਦੇ ਤੁਰੇ ਜਾਣ ਦੀ ਆਵਾਜ਼ ਸੁਣੀ ਤਾਂ ਉਸਨੇ ਪੁੱਛਿਆ, ਕੀ ਹੋ ਰਿਹਾ ਹੈ? ਲੋਕਾਂ ਨੇ ਉਸ ਨੂੰ ਦੱਸਿਆ, ਯਿਸੂ ਨਾਸਰੀ ਇੱਥੋਂ ਦੀ ਜਾ ਰਹੇ ਹਨ। ਉਹ ਇੱਕਦਮ ਉੱਚੀ ਦੇਣੀ ਪੁਕਾਰਨ ਲੱਗ ਪਿਆ, ਹੇ ਯਿਸੂ ਦਾਊਦ ਦੇ ਪੁੱਤਰ, ਮੇਰੇ ਤੇ ਦਇਆ ਕਰ। ਜੋ ਲੋਕੀ ਅੱਗੇ ਅੱਗੇ ਜਾ ਰਹੇ ਸਨ ਉਹਨਾਂ ਨੇ ਉਸ ਨੂੰ ਅੰਨੇ ਨੂੰ ਝਿੜਕਿਆ ਤੇ ਕਿਹਾ, ਤੂੰ ਚੁੱਪ ਰਹਿ। ਪਰ ਉਹ ਅੰਨਾ ਹੋਰ ਜ਼ੋਰ ਦੇ ਕੇ ਬੋਲਿਆ, ਹੇ ਦਾਊਦ ਦੇ ਪੁੱਤਰ, ਮੇਰੇ ਤੇ ਰਹਿਮ ਕਰ। ਯਿਸੂ ਨੇ ਉਸ ਅੰਨੇ ਦੀ ਆਵਾਜ਼ ਸੁਣ ਕੇ ਰੁਕ ਗਏ। ਉਹਨਾਂ ਨੇ ਲੋਕਾਂ ਨੂੰ ਆਗਿਆ ਦਿੱਤੀ ਕਿ ਉਸ ਅੰਨੇ ਨੂੰ ਮੇਰੇ ਕੋਲ ਲੈ ਕੇ ਆਓ। ਅੰਨਾ ਭਿਖਾਰੀ ਯਿਸੂ ਦੇ ਕੋਲ ਆ ਗਿਆ। ਯਿਸੂ ਨੇ ਉਸ ਤੋਂ ਪੁੱਛਿਆ, ਤੂੰ ਕੀ ਚਾਹੁੰਦਾ ਹੈ? ਮੈਂ ਤੇਰੇ ਲਈ ਕੀ ਕਰਾਂ? ਉਸਨੇ ਉੱਤਰ ਦਿੱਤਾ, ਪ੍ਰਭੂ ਜੀ, ਮੈਂ ਫਿਰ ਤੋਂ ਸੁਜਾਖਾ ਹੋ ਜਾਵਾਂ।
ਪ੍ਰਭੂ ਯਿਸੂ ਨੇ ਉਸ ਨੂੰ ਕਿਹਾ, ਸੁਜਾਖਾ ਹੋ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਉਹ ਅੰਨਾ ਉਸੇ ਵੇਲੇ ਦੇਖਣ ਲੱਗ ਪਿਆ ਤੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਪ੍ਰਭੂ ਦੇ ਪਿੱਛੇ ਜਾਣ ਲੱਗਾ। ਸਾਰੇ ਲੋਕੀ ਇਹ ਦੇਖ ਕੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ। ਥੈਂਕ ਯੂ। ਇਹਦੇ ਵਿੱਚੋਂ ਅਸੀਂ ਇਹ ਚੀਜ਼ ਸਿੱਖਨੇ ਆ ਕਿ ਇੱਕ ਉਹ ਬੰਦਾ ਜਿਹੜਾ ਅੰਨਾ ਸੀ, ਉਹ ਰਾਹ ਦੇ ਕਿਨਾਰੇ ਬੈਠਾ ਹੈ, ਭੀਖ ਮੰਗ ਰਿਹਾ ਹੈ। ਅਸੀਂ ਵੇਖਿਆ ਲੂਕਾ ਦੀ ਇੰਜੀਲ 'ਚ ਉੱਥੇ ਯਿਸੂ ਮਸੀਹ ਨੇ ਇਹ ਕਿਹਾ ਕਿ ਉਹ ਜਿਹੜੇ ਨੇ ਗਰੀਬ ਨੇ ਉਹਨਾਂ ਲਈ ਇੱਕ ਖੁਸ਼ਖਬਰੀ ਲੈ ਕੇ ਆਇਆ। ਇਹ ਬੰਦਾ ਗਰੀਬ ਹੈ, ਇਸੇ ਲਈ ਉਹ ਭੀਖ ਮੰਗ ਰਿਹਾ, ਰਾਈਟ? ਉਹ ਜਦੋਂ ਉਹਨੂੰ ਪਤਾ ਲੱਗਦਾ ਕਿ ਯਿਸੂ ਮਸੀਹ ਜਾ ਰਹੇ ਨੇ, ਉਹ ਉੱਚੀ ਉੱਚੀ ਚਲਾਉਣ ਲੱਗ ਪੈਂਦਾ, ਹੇ ਪ੍ਰਭੂ ਯਿਸੂ ਮੇਰੇ ਉੱਤੇ ਰਹਿਮ ਕਰ। ਔਰ ਲੋਕੀ ਉਹਨੂੰ ਕਹਿੰਦੇ ਨੇ ਚੁੱਪ ਕਰ, ਉਹਨੂੰ ਤੰਗ ਨਾ ਕਰ। ਲੇਕਿਨ ਜਦੋਂ ਯਿਸੂ ਮਸੀਹ ਨੂੰ ਪਤਾ ਲੱਗਦਾ ਹੈ, ਯਿਸੂ ਮਸੀਹ ਕਹਿੰਦੇ ਉਹਨੂੰ ਮੇਰੇ ਕੋਲ ਲੈ ਕੇ ਆਓ। ਫਿਰ ਉਹਨੂੰ ਪੁੱਛਦੇ ਕਿ ਮੈਂ ਤੇਰੇ ਲਈ ਕੀ ਕਰਾਂ। When the beggar heard the Christ or Jesus was walking, he cried out to him so that he can give his eyes his sight back. ਔਰ ਜਦੋਂ ਉਹ ਵਾਪਸ ਉਹ ਯਿਸੂ ਕੋਲ ਲੈ ਕੇ ਆਉਂਦੇ ਨੇ, ਯਿਸੂ ਮਸੀਹ ਨੂੰ ਕਹਿੰਦੇ ਕਿ ਮੈਂ ਤੇਰੇ ਲਈ ਕੀ ਕਰਾਂ। ਉਹ ਇਹ ਕਹਿੰਦਾ ਕਿ ਮੈਂ ਦੁਬਾਰਾ ਵੇਖ ਸਕਾਂ। ਔਰ ਯਿਸੂ ਮਸੀਹ ਨੂੰ ਕਹਿੰਦੇ ਕਿ ਜਾ, ਤੇਰੇ ਵਿਸ਼ਵਾਸ ਨੇ, ਤੇਰੇ ਈਮਾਨ ਨੇ ਤੈਨੂੰ ਚੰਗਾ ਕੀਤਾ। ਔਰ ਉਹਦੀਆਂ ਅੱਖਾਂ ਜਿਹੜੀਆਂ ਸਨ ਉਹ ਖੁੱਲ ਗਈਆਂ। ਇਹ ਵਾ ਗੁੱਡ ਨਿਊਜ਼, ਇਹ ਵਾ ਖੁਸ਼ਖਬਰੀ ਜਿਹਦੀ ਪ੍ਰਭੂ ਯਿਸੂ ਗੱਲ ਕਰ ਰਹੇ ਨੇ। ਅਸੀਂ ਕ੍ਰਿਸਮਸ ਮਨਾਉਂਦੇ ਆ, ਅਸੀਂ ਹਰ ਇੱਕ ਚੀਜ਼ ਕਰਦੇ ਆ, ਲੇਕਿਨ ਅਸੀਂ ਜਿਹੜਾ ਅਸਲ ਕ੍ਰਿਸਮਸ ਦਾ ਮਤਲਬ ਵਾ ਉਹਨੂੰ ਭੁੱਲ ਜਾਂਦੇ ਵਾ ਕਿ ਪ੍ਰਭੂ ਯਿਸੂ ਪਵਿੱਤਰ ਆਤਮਾ ਦੇ ਨਾਲ ਭਰ ਕੇ ਇਸ ਲਈ ਆਏ ਤਾਂ ਕਿ ਸਾਨੂੰ ਜਿਹੜੀਆਂ ਨੇ ਉਹ ਅੱਖਾਂ ਦੇ ਸਕਣ, ਸਾਨੂੰ ਸਾਡੇ ਪਾਪਾਂ ਤੋਂ ਆਜ਼ਾਦ ਕਰ ਸਕਣ। ਔਰ ਆਖਰੀ ਚੀਜ਼ ਜਿਹੜੀ ਅਸੀਂ ਇਹਦੇ ਵਿੱਚੋਂ ਸਿੱਖਨੇ ਆ ਉਹ ਇਹ ਵਾ ਕਿ ਉਹ ਲੋਕੀ ਜਿਹੜੇ ਕੁਚਲੇ ਹੋਏ ਸਨ ਉਹਨਾਂ ਨੂੰ ਆਜ਼ਾਦ ਕਰਨ ਲਈ ਆਇਆ। And lastly, we learn from this passage is he came for the oppressed to set them free. ਆਪਾਂ ਨੂੰ ਪਤਾ ਹੋਏਗਾ ਕਿ ਇੰਡੀਆ, ਪਾਕਿਸਤਾਨ ਜਾਂ ਦੂਜੇ ਮੁਲਕਾਂ 'ਚ ਉਹ ਲੋਕੀ ਜਿਨ੍ਹਾਂ ਦਾ ਕੋਈ ਜਾਣਨ ਵਾਲਾ ਨਹੀਂ ਹੁੰਦਾ, ਜਿਹੜੇ ਕੁਝ ਲੋਕਾਂ ਦੇ ਥੱਲੇ ਕੰਮ ਕਰਦੇ ਹੁੰਦੇ ਨੇ, ਉਹਨਾਂ ਦੀ ਹਾਲਤ ਕੀ ਹੁੰਦੀ ਵਾ। ਉਹ ਅਪਰੈਸਡ ਨੇ। ਜਿਹੜੇ ਉਹਨਾਂ ਦੇ ਲੀਡਰਸ ਹੁੰਦੇ ਨੇ ਉਹ ਉਹਨਾਂ ਤੋਂ ਫਾਇਦਾ ਚੁੱਕਦੇ ਨੇ ਤਾਂ ਕਿ ਜਿਹੜੇ ਛੋਟੇ ਨੇ ਉਹ ਗੱਲ ਨਹੀਂ ਕਰ ਸਕਦੇ, ਜਾਂ ਜਿਹੜੇ ਗਰੀਬ ਨੇ ਉਹਨਾਂ ਤੋਂ ਹੋਰ ਫਾਇਦਾ ਚੁੱਕਨੇ। ਕਿਹਾ ਜਾਂਦਾ ਕਿ ਜਿਹੜੇ ਅਮੀਰ ਨੇ ਉਹ ਅਮੀਰ ਹੋਈ ਜਾਂਦੇ ਨੇ ਤੇ ਜਿਹੜੇ ਗਰੀਬ ਨੇ ਉਹ ਗਰੀਬ ਹੋਈ ਜਾਂਦੇ ਨੇ। In India and Pakistan, and even here, there's so many people who are oppressed by those who are over them. There's no one who can defend them. There's no one who can stand for them. They cannot stand for themselves. But Christ comes, filled with the Spirit, and he tells the people, I'm here to set you free. Are you going to take it or leave it? And his own people rejected it. ਉਹਦੇ ਆਪਣੇ ਲੋਕਾਂ ਨੇ ਜਦੋਂ ਪ੍ਰਭੂ ਯਿਸੂ ਆਉਂਦੇ ਨੇ ਕਿ ਮੈਂ ਖੁਸ਼ਖਬਰੀ ਦਾ ਜਿਹੜਾ ਮੇਰਾ ਪੈਗਾਮ ਵਾ ਉਹ ਇਹ ਵਾ ਕਿ ਮੈਂ ਕੁਚਲਿਆਂ ਹੋਇਆਂ ਨੂੰ ਆਜ਼ਾਦ ਕਰਾਂ। ਜਿਹੜੇ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ, ਆਪਣੇ ਆਪ ਲਈ ਖੜੇ ਨਹੀਂ ਹੋ ਸਕਦੇ, ਉਹਨਾਂ ਲਈ ਮੈਂ ਆਇਆ ਵਾਂ। ਕਿ ਉਹ ਇਹ ਸੋਚਦੇ ਨੇ ਕਿ ਮੇਰੇ ਲਈ ਤਾਂ ਕੋਈ ਵੀ ਨਹੀਂ ਗਾ। ਲੇਕਿਨ ਯਾਦ ਹੈ ਕਿ ਯੂਹੰਨਾ ਦੀ ਇੰਜੀਲ ਉਹਦਾ 14 ਬਾਬ 18 ਵਿੱਚ ਕੀ ਲਿਖਿਆ ਵਾ ਕਿ ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ। It says in the Gospel of John chapter 14 that I will not leave you as orphan. And then if we turn to Psalm 68 and if we can read verse 5 and 6, ਅਗਰ ਭਜਨ 68 ਉਹਦੀ 5 ਤੇ 6 ਆਇਤ ਅਗਰ ਅਸੀਂ ਪੜਾਂਗੇ, ਉਹਦੇ 'ਚ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਪ੍ਰਭੂ ਯਿਸੂ ਜਿਹੜੇ ਨੇ ਉਹ ਉਹਨਾਂ ਲੋਕਾਂ ਲਈ ਖੜੇ ਹੋ ਕੇ
ਉਹਨਾਂ ਦਾ ਸਾਹਮਣਾ ਕਰਦੇ ਨੇ, ਉਹਨਾਂ ਨੂੰ ਡਿਫੈਂਡ ਕਰਦੇ ਜਿਹੜਾ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ, ਜਿਹੜੇ ਆਪਣੇ ਆਪ ਦੀ ਰਖਵਾਲੀ ਨਹੀਂ ਕਰ ਸਕਦੇ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ, ਅਨਾਥਾਂ ਦਾ ਪਿਤਾ ਵਿਧਵਾਵਾਂ ਦਾ ਰਾਖਾ ਆਪਣੇ ਪਵਿੱਤਰ ਥਾਂ ਦੇ ਵਿੱਚ ਹੈ। ਪਰਮੇਸ਼ਰ ਬੇਘਰਿਆਂ ਨੂੰ ਘਰਾਂ ਦੇ ਵਿੱਚ ਵਸਾਉਂਦਾ ਹੈ, ਬੰਦੀਆਂ ਨੂੰ ਛੁਡਾਉਂਦਾ ਹੈ, ਪਰ ਵਿਦਰੋਹੀ ਸੁੱਕੀ ਸੜੀ ਧਰਤੀ ਦੇ ਉੱਤੇ ਹੀ ਵਸਦੇ ਹਨ। ਥੈਂਕ ਯੂ। ਅਸੀਂ ਜਦੋਂ ਇਸ ਆਇਤ ਨੂੰ ਪੜ੍ਹਦੇ ਹਾਂ, ਜਦੋਂ ਹੁਣੇ ਅਸੀਂ ਕਾਰਟਰ ਦੀ ਸਟੋਰੀ ਵੀ ਸੁਣੀ ਕਿ ਪਰਮੇਸ਼ਵਰ ਨੇ ਉਹਨੂੰ ਕੱਲਾ ਅਨਾਥ ਨਹੀਂ ਛੱਡਿਆ। We just read Carter's story that God did not leave him alone. He was an orphan. Because it says in Psalm 68, Father of the fatherless and protectors of the widow is God in his holy habitation. God settles the solitary in a home. He leads out the prisoners to prosperity. But the rebellious dwell in the parched land. ਕਿ ਉਹ ਕੁਚਲਿਆਂ ਹੋਇਆਂ ਨੂੰ ਆਜ਼ਾਦ ਕਰਦਾ ਹੈ। ਉਹ ਉਹਨਾਂ ਲੋਕਾਂ ਲਈ ਖੜਾ ਹੁੰਦਾ ਜਿਹੜੇ ਆਪਣੇ ਤੌਰ 'ਤੇ ਆਪਣੇ ਲਈ ਖੜੇ ਨਹੀਂ ਹੋ ਸਕਦੇ। ਉਹ ਪ੍ਰਭੂ ਵਾ ਜਿਹੜਾ ਸਾਨੂੰ ਇੰਨਾ ਪਿਆਰ ਕਰਦਾ ਵਾ ਕਿ ਉਹਨੇ ਆਪਣੇ ਪਿਆਰ ਦੇ ਵਿੱਚ ਕੀ ਕੀਤਾ? ਆਪਣੇ ਇਕਲੌਤੇ ਪੁੱਤਰ ਨੂੰ, we all know that, right? We all know John 3:16 and 17. What does that say? ਕਿ ਪਰਮੇਸ਼ਵਰ ਨੇ ਸੰਸਾਰ ਨਾਲ ਇੰਨਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਸਾਰੇ ਜਿਹੜੇ ਉਸ ਉੱਤੇ ਵਿਸ਼ਵਾਸ ਕਰਨ ਨਾਸ਼ ਨਾ ਹੋਣ, ਸਗੋਂ ਅਨੰਤ ਜੀਵਨ ਪ੍ਰਾਪਤ ਕਰਨ। ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਘੱਲਿਆ ਕਿ ਉਹ ਸੰਸਾਰ ਨੂੰ ਦੰਡ ਦੇਵੇ, ਸਗੋਂ ਇਸ ਲਈ ਕਿ ਸੰਸਾਰ ਨੂੰ ਮੁਕਤੀ ਦੇਵੇ। ਇਹ ਖੁਸ਼ਖਬਰੀ ਵਾ, ਇਹ ਵਾ ਪਵਿੱਤਰ ਯਿਸੂ ਦਾ ਇਸ ਕ੍ਰਿਸਮਸ ਤੇ ਸਾਡੇ ਲਈ ਵਚਨ ਕਿ ਤੁਸੀਂ ਇਕੱਲੇ ਨਹੀਂ ਜੇ। ਤੁਹਾਡੇ ਕੋਲ ਕੋਈ ਵੀ ਦੁੱਖ ਜਾਂ ਬਿਮਾਰੀ, ਜਿਸ ਚੀਜ਼ 'ਚੋਂ ਵੀ ਤੁਸੀਂ ਗੁਜ਼ਰੇ ਜੇ, ਮੇਰੇ ਤੇ ਵਿਸ਼ਵਾਸ ਰੱਖੋ, ਮੈਂ ਤੁਹਾਨੂੰ ਅਨੰਤ ਜੀਵਨ ਦਾਂਗਾ, ਮੈਂ ਤੁਹਾਨੂੰ ਮੁਕਤੀ ਦੇਵਾਂਗਾ, ਮੈਂ ਤੁਹਾਨੂੰ ਛੁਟਕਾਰਾ ਦੇਵਾਂਗਾ। ਅੱਜ ਦੇ ਇਸ ਵਚਨ 'ਚੋਂ ਅਸੀਂ ਤਿੰਨ ਚੀਜ਼ਾਂ ਅਗਰ ਲੈ ਕੇ ਜਾ ਸਕੀ ਨਾ ਘਰ, ਉਹ ਸਾਨੂੰ ਇੰਨੀ ਕੁ ਹੌਸਲਾ ਅਫਜ਼ਾਈ ਕਰਨਗੀ, ਇੰਨਾ ਕੁ ਇਨਕਰੇਜ ਕਰਨਗੇ ਕਿ ਸਾਨੂੰ ਪਤਾ ਲੱਗ ਜਾਏਗਾ ਕਿ ਅਸਲ ਕ੍ਰਿਸਮਸ ਜਿਹੜਾ ਵਾ ਉਹ ਕੀ ਵਾ। ਪਹਿਲੀ ਗੱਲ ਇਹ ਵਾ ਕਿ ਇਸ ਚੀਜ਼ ਤੋਂ ਹੈਰਾਨ ਨਾ ਹੋਵੋ ਜਦੋਂ ਮੁਸ਼ਕਲਾਂ ਆ ਜਾਂਦੀਆਂ ਨੇ। The three things we can take away from this passage today. Number one is, don't be surprised when things get tough. They will come. We live in a world. Remember, ਸ਼ੈਤਾਨ ਦਾ ਕੰਮ ਕੀ ਵਾ? ਯੂਹੰਨਾ 10 'ਚ ਕੀ ਲਿਖਿਆ ਵਾ? ਕਿ ਸ਼ੈਤਾਨ ਜਿਹੜਾ ਵਾ ਉਹ ਮਾਰਨ ਲਈ, ਤਬਾਹ ਕਰਨ ਲਈ ਆਇਆ ਵਾ, ਲੇਕਿਨ ਪ੍ਰਭੂ ਯਿਸੂ ਇਸ ਲਈ ਆਇਆ ਹੈ ਕਿ ਸਾਨੂੰ ਅਨੰਤ ਜੀਵਨ ਦੇਵੇ, ਹਮੇਸ਼ਾ ਦੀ ਜ਼ਿੰਦਗੀ ਦੇਵੇ। In John 10:10 says, the thief comes only to steal and kill and destroy. But Jesus said, I came that they may have life and have it abundantly. ਔਰ ਦੂਜੀ ਚੀਜ਼ ਕਿ ਕਦੀ ਉਸ ਚੀਜ਼ ਨੂੰ ਗਿਵ ਅਪ ਨਾ ਕਰੋ ਕਿ ਮੁਸ਼ਕਲਾਂ ਆ ਜਾਂਦੀਆਂ ਨੇ ਜ਼ਿੰਦਗੀ ਦੇ ਵਿੱਚ। ਇਹੋ ਜਿਹੀਆਂ ਮੁਸ਼ਕਲਾਂ ਹੋਣਗੀਆਂ ਕਿ ਅਸੀਂ ਇਹ ਕਹਾਂਗੇ ਕਿ ਮੈਨੂੰ ਹੁਣ ਛੱਡ ਦੇਣਾ ਚਾਹੀਦਾ, ਮੈਂ ਕਿਸੇ ਹੋਰ ਪਾਸੇ ਅਸੀਂ ਨੱਸਣ ਦੀ ਕੋਸ਼ਿਸ਼ ਕਰਨੇ ਆ। ਮੇਰੀ ਜ਼ਿੰਦਗੀ 'ਚ, ਤੁਹਾਡੀ ਜ਼ਿੰਦਗੀ 'ਚ ਮੁਸ਼ਕਲਾਂ ਆਉਂਦੀਆਂ ਨੇ, ਕੀ ਅਸੀਂ ਉਹਨਾਂ ਤੋਂ ਨੱਸਾਂਗੇ? ਕਿ ਉਹ ਪਰਮੇਸ਼ਵਰ ਜਿਹੜਾ ਵਾ ਉਹ ਸਾਡੀ ਰਖਵਾਲੀ ਨਹੀਂ ਕਰ ਰਿਹਾ, ਸਾਨੂੰ ਉਹ ਚੀਜ਼ਾਂ ਨਹੀਂ ਦੇ ਰਿਹਾ ਜਿਹਦੀ ਸਾਨੂੰ ਲੋੜ ਹੈ, ਤੇ ਆਓ ਕਿਸੇ ਬਾਬੇ ਦੇ ਪਿੱਛੇ ਚੱਲਨੇ। ਸ਼ਾਇਦ ਅਸੀਂ ਚੰਗੇ ਕੰਮ ਨਹੀਂ ਇੰਨੇ ਕੀਤੇ, ਇਸ ਲਈ ਸਾਨੂੰ ਸਜ਼ਾ ਮਿਲ ਰਹੀ ਹੈ, ਤੇ ਅਸੀਂ ਹੋਰ ਪਿੱਛੇ ਭੱਜਨੇ ਵਾ। ਕਦੀ ਇਹਨਾਂ ਚੀਜ਼ਾਂ ਨੂੰ ਨਾ ਭੁੱਲੋ ਕਿ ਉਹ ਪ੍ਰਭੂ ਆ ਜਿਹੜਾ ਸਾਨੂੰ ਹਰ ਮੁਸ਼ਕਲ ਚੋਂ ਕੱਢਦਾ ਵਾ। ਇਹ ਉਹ ਪ੍ਰਭੂ ਆ ਜਿਹੜਾ ਸਾਡੇ ਲਈ ਖੁਸ਼ਖਬਰੀ ਲੈ ਕੇ ਆਇਆ ਵਾ।
ਔਰ ਆਖਰੀ ਚੀਜ਼ ਜਿਹੜੀ ਆ ਕਿ ਦੁਨੀਆ ਦੀਆਂ ਇਹਨਾਂ ਚੀਜ਼ਾਂ ਦੇ ਵਿੱਚ ਨਾਲ ਜਿਹੜਾ ਆਪਣਾ ਜਿਹੜਾ ਧਿਆਨ ਵਾ ਉਹ ਪ੍ਰਭੂ ਤੋਂ ਨਾ ਹਟਾਈਏ ਅਸੀਂ। Don't get sidetracked. ਕਿਉਂਕਿ ਯਿਸੂ ਮਸੀਹ ਇਸ ਲਈ ਆਏ ਤਾਂ ਕਿ ਸਾਨੂੰ ਅਨੰਤ ਜੀਵਨ ਦੇਣ। ਲੇਕਿਨ ਦੁਨੀਆ ਦੀਆਂ ਜਿਹੜੀਆਂ ਚੀਜ਼ਾਂ ਕਹਿੰਦੀਆਂ ਨੇ ਕਿ ਮੇਰੇ ਕੋਲ ਇਹ ਵੀ ਹੋਣਾ ਚਾਹੀਦਾ, ਮੇਰੇ ਕੋਲ ਆਈਪੈਡ ਹੋਣਾ ਚਾਹੀਦਾ, ਮੇਰੇ ਕੋਲ ਸੈੱਲ ਫੋਨ ਹੋਣੇ ਚਾਹੀਦੇ ਨੇ, ਮੇਰੇ ਕੋਲ ਜੋ ਵੀ ਦੁਨੀਆ ਦੀ ਚੰਗੀ ਗੱਡੀ ਹੋਣੀ ਦੀ ਚਾਹੀਦੀ, ਚੰਗਾ ਘਰ ਹੋਣਾ ਚਾਹੀਦਾ ਵਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੁਨਿਆਵੀ ਨੇ। The world will tell you that you need to have a good computer, good cell phone, good house, good car, all these things. And you get sidetracked with all these things. ਔਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਸਾਨੂੰ ਪ੍ਰਭੂ ਤੋਂ ਹਟਾ ਦਿੰਦੀਆਂ ਨੇ, ਬਲਕਿ ਸਾਡੀਆਂ ਅੱਖਾਂ ਜਿਹੜੀਆਂ ਨੇ ਉਹ ਪਰਮੇਸ਼ਵਰ ਤੇ ਉਸ ਪ੍ਰਭੂ ਤੇ ਫਿਕਸ ਹੋਣੀਆਂ ਚਾਹੀਦੀਆਂ ਨੇ ਜਿਹੜਾ ਸਾਨੂੰ ਆਜ਼ਾਦ ਕਰਦਾ ਵਾ। ਔਰ ਸਾਡੇ ਲਈ ਖੁਸ਼ਖਬਰੀ ਇਹ ਵਾ ਅੱਜ ਦੇ ਇਹ ਜਿਹੜਾ ਅਗਲੇ ਹਫਤੇ ਅਸੀਂ ਕ੍ਰਿਸਮਸ ਮਨਾ ਰਹੇ ਹਾਂ ਕਿ ਪਰਮੇਸ਼ਵਰ ਇਸ ਦੁਨੀਆ ਤੇ ਇਸ ਲਈ ਆਇਆ ਤਾਂ ਕਿ ਸਾਨੂੰ ਆਜ਼ਾਦ ਕਰੇ, ਸਾਨੂੰ ਚੰਗਾ ਕਰੇ, ਸਾਡੀਆਂ ਦੁੱਖਾਂ ਤੇ ਮੁਸੀਬਤਾਂ ਨੂੰ ਉਹ ਲੈ ਲਵੇ ਤੇ ਉਹਨਾਂ ਤੋਂ ਆਜ਼ਾਦ ਕਰੇ। ਇਹ ਵਾ ਖੁਸ਼ਖਬਰੀ, ਇਸ ਲਈ ਅਸੀਂ ਕ੍ਰਿਸਮਸ ਮਨਾਉਂਦੇ ਹਾਂ। ਕੀ ਤੁਸੀਂ ਉਸ ਪਰਮੇਸ਼ਵਰ ਤੇ ਵਿਸ਼ਵਾਸ ਰੱਖਦੇ ਜੇ? Do you believe in Jesus that he came to set us free, to give us life? Thank you. ਕਿਉਂਕਿ ਅਸੀਂ ਜਿਹੜਾ ਵਾ ਅਸੀਂ ਆਪਣੇ ਤੌਰ ਤੇ ਅਸੀਂ ਅਨੰਤ ਜੀਵਨ ਨਹੀਂ ਪਾ ਸਕਦੇ। ਚੰਗੇ ਕੰਮ ਅਸੀਂ ਕਰ ਲਈਏ, ਬਾਬਿਆਂ ਕੋ ਚੱਲ ਜਾਈਏ, ਕਬਰਾਂ ਤੇ ਚੱਲ ਜਾਈਏ, ਮੰਦਰਾਂ 'ਚ ਚੱਲ ਜਾਈਏ, ਜਿੱਥੇ ਮਰਜ਼ੀ ਚੱਲ ਜਾਈਏ, ਲੇਕਿਨ ਜਿਹੜਾ ਪਵਿੱਤਰ ਯਿਸੂ ਆ ਉਹ ਸਾਡੇ ਅੰਦਰ ਵਸਦਾ ਹੈ। ਸਿਰਫ ਸਾਨੂੰ ਇਹੋ ਕਹਿਣ ਦੀ ਲੋੜ ਹੈ ਕਿ ਹੇ ਪ੍ਰਭੂ ਮੇਰੇ ਮਨ ਵਿੱਚ ਆ ਜਾ। ਜਿਵੇਂ ਉਹ ਜਿਹੜਾ ਪਾਪੀ ਗੁਨੇਗਾਰ ਜਿਹੜਾ ਬੰਦਾ ਸੀ ਉਹ ਕਿਨਾਰੇ ਤੇ ਬੈਠਾ, ਜਿਹਦੀਆਂ ਅੱਖਾਂ ਕੋ ਨਹੀਂ ਸੀ, ਜਿਹੜਾ ਵੇਖ ਨਹੀਂ ਸੀ ਸਕਦਾ, ਉਹ ਸਿਰਫ ਚਲਾਉਂਦਾ ਕਿ ਹੇ ਯਿਸੂ ਮੇਰੇ ਉੱਤੇ ਰਹਿਮ ਕਰ। ਔਰ ਪ੍ਰਭੂ ਯਿਸੂ ਨੂੰ ਕੀ ਕਹਿੰਦੇ ਨੇ ਕਿ ਮੈਂ ਤੇਰੇ ਲਈ ਕੀ ਕਰਾਂ? ਔਰ ਕਹਿੰਦਾ ਮੈਨੂੰ ਮੇਰੀਆਂ ਅੱਖਾਂ ਵਾਪਸ ਦੇ ਦੇ ਤਾਂ ਕਿ ਮੈਂ ਵੇਖ ਸਕਾਂ। ਕੀ ਸਾਡੀਆਂ ਜਿਹੜੀਆਂ ਰੂਹਾਨੀ ਅੱਖਾਂ ਨੇ ਉਹ ਬੰਦ ਨੇ ਜਾਂ ਖੁੱਲੀਆਂ ਨੇ? ਜਿਸਮਾਨੀ ਤੌਰ ਤੇ ਅਸੀਂ ਵੇਖ ਸਕਦੇ ਹਾਂ, ਲੇਕਿਨ ਸਾਡੀਆਂ ਰੂਹਾਨੀ ਅੱਖਾਂ ਜਿਹੜੀਆਂ ਨੇ ਉਹ ਬੰਦ ਨੇ। ਔਰ ਉਹਨਾਂ ਨੂੰ ਇੱਕੋ ਸ਼ਖਸ ਜਿਹੜਾ ਖੋਲ ਸਕਦਾ ਵਾ ਔਰ ਉਹ ਵਾ ਪ੍ਰਭੂ ਯਿਸੂ। ਇਹ ਵਾ ਖੁਸ਼ਖਬਰੀ ਸਾਡੇ ਲਈ, ਇਹ ਵਾ ਗੁੱਡ ਨਿਊਜ਼ ਜਿਹੜੀ ਅਸੀਂ ਕ੍ਰਿਸਮਸ ਤੇ ਗੱਲ ਕਰਨੇ ਆ ਔਰ ਇਸ ਲਈ ਅਸੀਂ ਕ੍ਰਿਸਮਸ ਨੂੰ ਮਨਾਉਂਦੇ ਹਾਂ। ਆਓ ਅਸੀਂ ਸਾਰੇ ਅੱਖਾਂ ਬੰਦ ਕਰੀਏ ਤੇ ਦੁਆ ਕਰੀਏ। Let's bow our heads, close our eyes and pray. ਪ੍ਰਭੂ ਜੀ ਅਸੀਂ ਤੇਰਾ ਸ਼ੁਕਰ ਕਰਨੇ ਅੱਜ ਦੇ ਇਸ ਦਿਨ ਲਈ ਜਿਹੜਾ ਤੁਸੀਂ ਸਾਨੂੰ ਦਿੱਤਾ। ਅਸੀਂ ਤੇਰੇ ਵਚਨ ਲਈ ਤੇਰਾ ਸ਼ੁਕਰ ਕਰਨੇ ਆ ਜਿਹੜਾ ਸਾਨੂੰ ਇਹ ਦੱਸਦਾ ਹੈ ਕਿ ਤੂੰ ਸਾਨੂੰ ਸਾਡੇ ਪਾਪਾਂ ਤੋਂ, ਸਾਡੀਆਂ ਕਮਜ਼ੋਰੀਆਂ ਤੋਂ, ਸਾਡੇ ਦੁੱਖਾਂ ਤੋਂ ਛੁਡਾਉਣ ਲਈ ਆਇਆ। ਤੂੰ ਅਸਮਾਨ ਨੂੰ ਛੱਡ ਕੇ ਇਸ ਧਰਤੀ ਤੇ ਆ ਗਿਆ ਤਾਂ ਕਿ ਸਾਨੂੰ ਇਹ ਖੁਸ਼ਖਬਰੀ, ਸਾਨੂੰ ਇਹ ਚੰਗੀ ਖਬਰ ਜਿਹੜੀ ਸੁਣਾ ਸਕੇ ਤਾਂ ਕਿ ਸਾਨੂੰ ਇੱਕ ਅਨੰਤ ਜੀਵਨ ਮਿਲ ਸਕੇ। ਅਸੀਂ ਤੇਰੇ ਲਈ ਸ਼ੁਕਰ ਕਰਨੇ ਆ ਕਿ ਇਹ ਜਿਹੜਾ ਅਨੰਤ ਜੀਵਨ ਹੈ ਉਹ ਮੁਫਤ ਵਾ। ਸਾਨੂੰ ਇਹਦੇ ਲਈ ਚੰਗੇ ਕੰਮ ਕਰਨ ਦੀ ਲੋੜ ਨਹੀਂ ਗੀ, ਲੇਕਿਨ ਇਹ ਤੇਰਾ ਜਿਹੜਾ ਫਜ਼ਲ ਵਾ ਉਹਦੇ ਵਸੀਲੇ ਨਾਲ ਅਸੀਂ ਹਾਸਲ ਕਰ ਸਕਦੇ ਹਾਂ। Father, we thank you for your grace and we thank you for your word. And thank you for the good news that we have that Christ died for us. He left the heaven, he came on this earth so that we can have abundant life. We praise you for your word and we thank you for this day. We ask this in Jesus' name. और सारी संगत कहे, Amen.